ਕਹਿੰਦੇ ਜੀ ਮਾੜੇ ਦਾ ਨਿੰਦਣਾ ਕੀ ਤੇ ਚੰਗੇ ਦਾ ਸਲਾਉਣਾ ਕੀ। ਜਿਹੜਾ ਇਹ ਉਪਰਾਲਾ ਹੋਇਆ ਇੰਟਰਫੇਥ, ਇਹ ਆਪਣੇ ਆਪ 'ਚ ਚੰਗੀ ਚੀਜ਼ ਹੈ ਔਰ ਇਹਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਵੱਖਰੇ ਵੱਖਰੇ ਧਰਮਾਂ ਨੂੰ ਆਪੋ 'ਚ ਡਾਇਲੈਕਟ ਕਰਨ ਦੀ ਲੋੜ ਆ ਗਈ ਹੈ, ਕਿਉਂਕਿ ਦੁਨੀਆ ਦੇ ਉੱਤੇ ਧਰਮਾਂ ਦੇ ਨਾਂ ਤੇ ਬੜੀ ਨਫ਼ਰਤ ਫੈਲਾਈ ਜਾ ਰਹੀ ਹੈ। ਤੁਹਾਡੇ ਮੁਤਾਬਕ ਧਰਮ ਕੀ ਹੈ? ਤੁਸੀਂ ਤੁਹਾਡਾ ਪਰਸਨਲ ਓਪੀਨੀਅਨ ਕੀ ਹੈ? ਮੈਂ ਤੁਹਾਨੂੰ ਕੋਈ ਗੱਲ ਦੱਸਾਂਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ। ਧਰਮ ਬਹੁਤ ਜ਼ਰੂਰੀ ਚੀਜ਼ ਸੀ। ਧਰਮ ਤੋਂ ਬਿਨਾਂ ਇਨਸਾਨੀਅਤ ਤਰੱਕੀ ਨਹੀਂ ਸੀ ਕਰ ਸਕਦੀ, ਕਿਉਂਕਿ ਇੱਕ ਸਟੇਜ ਆ ਗਈ ਸੀ ਜਦੋਂ ਬੰਦੇ ਨੂੰ ਵੱਢ ਕੇ ਬੰਦਾ ਖਾਣ ਲੱਗ ਪਿਆ ਸੀ। ਕੋਈ ਰਿਸ਼ਤੇ ਨਹੀਂ ਸੀ ਰਹੇ, ਕੋਈ ਸਿਸਟਮ ਨਹੀਂ ਸੀ ਰਿਹਾ। ਕੁਝ ਸਿਆਣੇ ਬੰਦਿਆਂ ਨੇ ਧਰਮ ਦੀ ਕਲਪਨਾ ਕੀਤੀ, ਉਹਦੇ ਵਿੱਚ ਇੱਕ ਚੀਜ਼ ਪੈਦਾ ਕੀਤੀ, ਇੱਕ ਰੱਬ ਯਾਨੀ ਡਰ। ਉਹ ਡਰ ਨੇ, ਉਹ ਰੱਬ ਨੇ, ਉਹ ਧਰਮ ਨੇ ਉਸ ਸਮੇਂ ਦੁਨੀਆ ਬਚਾਈ, ਨਹੀਂ ਤੇ ਸੱਭਿਅਤਾ ਤਬਾਹ ਹੋ ਜਾਣੀ ਸੀ। ਅੱਜ ਵੀ ਕੀ ਹੋ ਰਿਹਾ ਵਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ। ਲੋਕੀ ਆਪਣੇ ਰਾਜਨੀਤੀ ਦੇ ਹਿੱਤ ਸਾਧਦੇ ਨੇ। ਮੈਂ ਅਮਰੀਕਾ 'ਚ ਘੁੰਮ ਰਿਹਾ ਸੀ, ਮੈਡੀਸਨ ਸਿਟੀ ਦੇ ਵਿੱਚ। ਉੱਥੇ ਇੱਕ ਕੈਬ ਡਰਾਈਵਰ ਨੇ ਮੈਨੂੰ ਕਿਹਾ, ਕਹਿੰਦਾ ਜਦੋਂ ਉਹ 27ਵੀਂ ਮੰਜ਼ਿਲ ਤੇ ਬੰਦਾ ਖੜਾ ਹੋ ਕੇ ਦੇਖਦਾ ਹੋਏਗਾ, ਸਾਹਮਣੇ ਸਭ ਤੋਂ ਵੱਡੀ ਚਾਲ ਹੈ, ਯਾਨੀ ਕਿ ਬਸਤੀ ਹੈ, ਝੋਪੜ ਬਸ ਪੱਟੀ ਆ, ਧਾਰਾਵੀ, ਕਹਿੰਦਾ ਉਹਨੂੰ ਸ਼ਰਮ ਨਹੀਂ ਆਉਂਦੀ ਹੋਏਗੀ ਕਿ ਇਹਨਾਂ ਲੋਕਾਂ ਨੂੰ ਲੁੱਟ ਕੇ ਹੀ ਮੈਂ ਅਮੀਰ ਬਣਿਆ। ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਗੱਲਾਂ ਗਲਤ ਨੇ। ਦੁਨੀਆ ਦੀ ਦੌਲਤ ਚੰਦ ਲੋਕਾਂ ਨੇ ਆਪਣੇ ਕੋਲ ਕਾਬੂ ਕਰ ਲਈ ਆ। ਸਾਨੂੰ ਬਰਾਬਰੀ ਚਾਹੀਦੀ ਆ, ਸਾਨੂੰ ਲਿਬਰਟੀ ਚਾਹੀਦੀ ਆ, ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ। ਕਿਹਾ ਜਾਂਦਾ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਧਾਰਮਿਕ ਨੁਮਾਇੰਦੇ ਜਿਹੜੇ ਪਹੁੰਚਦੇ ਨੇ ਹਰ ਇੱਕ ਵਰਗ ਨੂੰ ਧਰਮ ਦੇ ਨਾਲ ਜੋੜਨ ਲਈ, ਪਰ ਜੇਕਰ ਗੱਲ ਕੀਤੀ ਜਾਵੇ ਇੰਟੈਲੈਕਚੁਅਲ ਇਹ ਵੀ ਗੱਲ ਕਹਿੰਦੇ ਨੇ ਜਾਂ ਸਕਾਲਰ ਇਹ ਵੀ ਗੱਲ ਕਹਿੰਦੇ ਨੇ ਕਿ ਧਰਮ ਦਾ ਦਾਇਰਾ ਜਿਹੜਾ ਬਹੁਤ ਵੱਡਾ ਹੈ। ਧਰਮ ਇੱਕ ਪ੍ਰਕਾਸ਼ ਹੈ ਜਿਸ ਤੋਂ ਹਰ ਵਰਗ ਰੌਸ਼ਨੀ ਲੈਂਦਾ ਹੈ। ਸੋ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਰਾਮਗੜੀਆ ਗਰਲਸ ਕਾਲਜ ਦੇ ਵਿੱਚ, ਜਿੱਥੇ ਇੱਕ ਸੈਮੀਨਾਰ ਹੋ ਰਿਹਾ ਹੈ। ਤਮਾਮ ਜਿਹੜੇ ਧਰਮ ਨੇ ਉਹਨਾਂ ਦੇ ਨੁਮਾਇੰਦੇ ਜਿੱਥੇ ਪਹੁੰਚੇ ਨੇ, ਸੋ ਕੁਝ ਇੰਟੈਲੈਕਚੁਅਲਸ ਵੀ ਪਹੁੰਚੇ ਨੇ, ਉਹਨਾਂ ਨੇ ਸ਼ਿਰਕਤ ਕੀਤੀ ਹੈ। ਸੋ ਸਾਡੇ ਨਾਲ ਮੌਜੂਦ ਨੇ BS ਔਲਖ, ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਅੱਜ ਦਾ ਇਹ ਸਮਾਗਮ ਹੈ। ਔਲਖ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਟਾਈਮਸ ਤੇ। ਧੰਨਵਾਦ। ਸੋ ਅੱਜ ਜਿਹੜਾ ਇਹ ਸਮਾਗਮ ਹੋ ਰਿਹਾ ਵਰਲਡ ਇੰਟਰਫੇਥ ਹਾਰਮਨੀ ਵੀਕ ਦੀ, ਜਿਹੜੀ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ। ਸੋ 1 ਫਰਵਰੀ ਤੋਂ 16 ਫਰਵਰੀ ਤੱਕ ਲੁਧਿਆਣੇ ਦੇ ਵਿੱਚ ਵੀ ਜਿਹੜਾ ਇਹ ਮਨਾਇਆ ਜਾ ਰਿਹਾ ਵੀਕ। ਸੋ ਉਸ ਬਾਰੇ ਤੁਸੀਂ ਕੀ ਕਹਿੰਦੇ ਹੋ ਕਿ ਕਿੰਨੀ ਕੁ ਜ਼ਰੂਰਤ ਆ ਸਮਾਜ ਨੂੰ ਜਾਂ ਧਰਮ ਨੂੰ ਇੱਦਾਂ ਦੇ ਜਿਹੜੇ ਸਮਾਗਮ ਨੇ ਉਹਨਾਂ ਦੀ? ਕਹਿੰਦੇ ਜੀ ਮਾੜੇ ਦਾ ਨਿੰਦਣਾ ਕੀ ਤੇ ਚੰਗੇ ਦਾ ਸਲਾਉਣਾ ਕੀ। ਜਿਹੜਾ ਇਹ ਉਪਰਾਲਾ ਹੋਇਆ ਇੰਟਰਫੇਥ, ਇਹ ਆਪਣੇ ਆਪ 'ਚ ਹੀ ਚੰਗੀ ਚੀਜ਼ ਹੈ ਔਰ ਇਹਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਔਰ ਜਿੰਨਾ ਵੀ ਵੱਧ ਤੋਂ ਵੱਧ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ। ਵੱਖਰੇ ਵੱਖਰੇ ਧਰਮਾਂ ਨੂੰ ਆਪੋ 'ਚ ਡਾਇਲੈਕਟ ਕਰਨ ਦੀ ਲੋੜ ਆ ਗਈ ਹੈ, ਕਿਉਂਕਿ ਦੁਨੀਆ ਦੇ ਉੱਤੇ ਧਰਮਾਂ ਦੇ ਨਾਂ ਤੇ ਬੜੀ ਨਫ਼ਰਤ ਫੈਲਾਈ ਜਾ ਰਹੀ ਹੈ। ਔਰ ਅਗਰ ਕੋਈ ਉਪਰਾਲਾ ਹੋ ਰਿਹਾ ਤਾਂ ਅਸੀਂ ਵਧਾਈ ਦਿੰਦੇ ਹਾਂ, ਇੱਥੋਂ ਦੀ ਮੈਨੇਜਮੈਂਟ ਨੂੰ ਵਧਾਈ ਦਿੰਦੇ ਹਾਂ, ਉਹ ਵਧਾਈ ਦੇ ਪਾਤਰ ਹੈ। ਔਲਖ ਸਾਹਿਬ, ਸਿਆਣੇ ਕਹਿੰਦੇ ਨੇ ਕਿ ਧਰਮ ਇੱਕ ਕਾਇਦਾ ਹੈ, ਇੱਕ ਕਾਨੂੰਨ ਹੈ ਜੋ ਕੁਦਰਤ ਦੇ ਵਿੱਚ ਵਿਚਰਨ ਦੇ ਲਈ ਬਹੁਤ ਜ਼ਰੂਰੀ ਹੈ। ਤੁਹਾਡੇ ਮੁਤਾਬਕ ਧਰਮ ਕੀ ਹੈ? ਤੁਸੀਂ ਤੁਹਾਡਾ ਪਰਸਨਲ ਓਪੀਨੀਅਨ ਕੀ ਹੈ? ਮੈਂ ਤੁਹਾਨੂੰ ਕੋਈ ਗੱਲ ਦੱਸਾਂਗਾ ਤੇ ਤੁਸੀਂ ਹੈਰਾਨ ਰਹਿ ਜਾਓਗੇ। ਧਰਮ ਬਹੁਤ ਜ਼ਰੂਰੀ ਚੀਜ਼ ਸੀ। ਧਰਮ ਤੋਂ ਬਿਨਾਂ ਇਨਸਾਨੀਅਤ ਤਰੱਕੀ ਨਹੀਂ ਸੀ ਕਰ ਸਕਦੀ, ਕਿਉਂਕਿ ਇੱਕ ਸਟੇਜ ਆ ਗਈ ਸੀ ਜਦੋਂ ਬੰਦੇ ਨੂੰ ਵੱਢ ਕੇ ਬੰਦਾ ਖਾਣ ਲੱਗ ਪਿਆ ਸੀ, ਤੇ ਕੋਈ ਰਿਸ਼ਤੇ ਨਹੀਂ ਸੀ ਰਹੇ, ਕੋਈ ਸਿਸਟਮ ਨਹੀਂ ਸੀ ਰਿਹਾ। ਕੁਝ ਸਿਆਣੇ ਬੰਦਿਆਂ ਨੇ ਧਰਮ ਦੀ ਕਲਪਨਾ ਕੀਤੀ ਔਰ ਉਹਦੇ ਵਿੱਚ ਇੱਕ ਚੀਜ਼ ਪੈਦਾ ਕੀਤੀ, ਇੱਕ ਰੱਬ ਯਾਨੀ ਡਰ ਪੈਦਾ ਕੀਤਾ। ਉਹ ਡਰ ਨੇ, ਉਹ ਰੱਬ ਨੇ, ਉਹ ਧਰਮ ਨੇ ਉਸ ਸਮੇਂ ਦੁਨੀਆ ਬਚਾਈ, ਨਹੀਂ ਤੇ ਸੱਭਿਅਤਾ ਤਬਾਹ ਹੋ ਜਾਣੀ ਸੀ। ਇਨਸਾਨ ਸੱਚੀ ਮੁੱਚੀ ਜਾਨਵਰਾਂ ਵਾਂਗ ਹੀ ਬਿਹੇਵ ਕਰਨ ਲੱਗ ਪਿਆ ਸੀ। ਫਿਰ ਹੌਲੀ ਹੌਲੀ ਕੀ ਹੋਇਆ ਕਿ ਦੁਨੀਆ ਵਿੱਚ ਕੁਝ ਤਾਕਤਾਂ ਹੁੰਦੀਆਂ ਨੇ, ਜਿਵੇਂ ਹੁੰਦਾ ਕੀ ਆ ਕਿ ਪਾਵਰ ਆਪਣੇ ਆਪ 'ਚ ਹੀ ਕਰਪਸ਼ਨ ਹੈ। ਕਹਿੰਦੇ ਨੇ ਕਿ ਪਾਵਰ ਕਰਪਟਸ ਐਂਡ ਐਬਸੋਲੂਟ ਪਾਵਰ ਐਬਸੋਲੂਟਲੀ ਕਰਪਟਸ। ਪਾਵਰ ਨੇ ਕੀ ਕੀਤਾ, ਸਾਧਨਾਂ ਦਾ ਰੂਪ ਲੈ ਲਿਆ, ਦੌਲਤ ਦਾ ਰੂਪ ਲੈ ਲਿਆ। ਫਿਰ ਲੋਕਾਂ ਨੇ ਦੌਲਤ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਫਿਰ ਸਾਡੇ ਕੋਲ ਹੌਲੀ ਹੌਲੀ ਸਿਸਟਮ ਆਉਣਾ ਸ਼ੁਰੂ ਹੋ ਗਿਆ, ਜਿਹਨੂੰ ਅਸੀਂ ਕਹਿੰਦੇ ਆ ਪੂੰਜੀਵਾਦੀ ਸਿਸਟਮ ਆਇਆ, ਰਾਜਤੰਤਰ ਆਏ। ਉਹਦੇ ਵਿੱਚ ਸੱਤਾ ਕੇਂਦਰਿਤ ਹੋਣੀ ਸ਼ੁਰੂ ਹੋ ਗਈ। ਉਹਦੇ ਵਿੱਚ ਜਿਹੜੇ ਧਾਰਮਿਕ ਲੋਕ ਸੀਗੇ, ਧਾਰਮਿਕ ਲੋਕਾਂ ਦੀ ਕਿਉਂਕਿ ਲੋਕਾਂ ਤੱਕ ਪਹੁੰਚ ਹੁੰਦੀ ਸੀ, ਰਾਜਿਆਂ ਨੇ, ਰਾਜ ਕਰਨ ਵਾਲਿਆਂ ਨੇ ਉਹਨਾਂ ਨੂੰ ਨਾਲ ਜੋੜਿਆ ਤੇ ਇੱਕ ਕੰਬੀਨੇਸ਼ਨ ਸਾਹਮਣੇ ਆਇਆ ਚਰਚ ਔਰ ਸਟੇਟ ਦਾ, ਯਾਨੀ ਕਿ ਧਰਮ ਦਾ ਤੇ ਰਾਜ ਦਾ। ਉਹਨੇ ਬੜਾ ਨੁਕਸਾਨ ਕੀਤਾ। ਆਮ ਲੋਕਾਂ ਦੇ ਉੱਤੇ ਜੋ ਘੁਲਵਾੜਾ ਚੱਲਿਆ, ਜੋ ਲੋਕਾਂ ਦੀ ਲੁੱਟ ਹੋਈ, ਔਰ ਉਹ ਇੱਕ ਇਤਿਹਾਸ ਬਣਿਆ। ਔਰ ਉਹਦੇ ਵਿੱਚ ਕੀ ਹੋਇਆ ਕਿ ਉਹ ਸਿਸਟਮ ਅੱਜ ਵੀ ਚੱਲੀ ਜਾ ਰਿਹਾ। ਅੱਜ ਵੀ ਕੀ ਹੋ ਰਿਹਾ ਵਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਇਆ ਜਾਂਦਾ। ਲੋਕੀ ਆਪਣੇ ਰਾਜਨੀਤੀ ਦੇ ਹਿੱਤ ਸਾਧਦੇ ਨੇ। ਰਾਜਨੀਤੀ ਦੇ ਉੱਪਰ ਇੱਕ ਸਿਸਟਮ ਚੱਲਦਾ। ਸਿਸਟਮ ਕੀ ਆ? ਇੰਟਰਨੈਸ਼ਨਲ ਕਾਰਟਲ ਆ ਜਿਹੜਾ ਪੂੰਜੀਵਾਦੀ ਸਿਸਟਮ ਚਲਾਉਂਦਾ। ਸਾਰੀ ਦੁਨੀਆ ਦੀ ਦੌਲਤ ਸਿਰਫ 6 ਬੰਦਿਆਂ ਦੇ ਕੋਲ ਆ ਚੁੱਕੀ ਆ। ਉਹਨਾਂ 'ਚੋਂ ਜਾਰਜ ਸੋਰਸ ਨੂੰ ਛੱਡ ਕੇ ਬਾਕੀ 5 ਬੰਦਿਆਂ ਬਾਰੇ ਅਸੀਂ ਜਾਣਦੇ ਤੱਕ ਨਹੀਂ ਹੈਗੇ। ਜਾਰਜ ਸੋਰਸ ਨੂੰ ਵੀ ਇਸ ਕਰਕੇ ਕਿ ਉਹਨੇ ਦੁਨੀਆ ਦੇ ਸਾਰੇ ਮੁਲਕਾਂ 'ਚ ਮੰਦੀਆਂ ਲਿਆਂਦੀਆਂ ਸੀ। ਅਲਟੀਮੇਟਲੀ ਅਮਰੀਕਾ ਨੂੰ ਪੈ ਨਿਕਲਿਆ ਹੈ। ਅਮਰੀਕਾ 'ਚ ਵੀ ਮੰਦੀ ਲੈਂਦੀ ਤਾਂ ਉਹ ਐਕਸਪੋਜ਼ ਹੋ ਗਏ। ਅਤੇ ਬਾਕੀ ਦੇ 5 ਬੰਦਿਆਂ ਬਾਰੇ ਅਸੀਂ ਕੁਝ ਜਾਣਦੇ ਨਹੀਂ ਹੈਗੇ।
ਤੇ ਸਾਰੀ ਦੌਲਤ ਉਹਨਾਂ ਲੋਕਾਂ ਕੋਲ ਹੈ ਜਿਹੜੇ ਸਾਨੂੰ ਲੱਗਦਾ ਐਲਨ ਮਸਕ ਹੋ ਗਿਆ, ਜੇ ਹੋ ਗਿਆ, ਉਹ ਹੋ ਗਿਆ, ਅਦਾਨੀ ਹੋ ਗਿਆ, ਅੰਬਾਨੀ ਹੋ ਗਿਆ, ਇਹ ਤਾਂ ਟਿੱਡੇ ਵੀ ਨਹੀਂ ਹੈਗੇ ਉਹਨਾਂ ਦੇ ਸਾਹਮਣੇ, ਕੁਛ ਨਹੀਂ ਹੈਗੇ। ਜਿਹੜੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਵੈਸੇ ਸਿਆਣੇ ਕਹਿੰਦੇ ਨੇ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਬੜੀ ਸਿਆਣੀ ਤੇ ਸੂਝਵਾਨ ਹੈ, ਕਿਉਂਕਿ ਉਹਨਾਂ ਦੇ ਵਿੱਚ ਵੇਖਿਆ ਜਾ ਰਿਹਾ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਕਾਫੀ ਸਮੇਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਜਿਹੜੇ ਕਰਮਕਾਂਡ ਫੈਲਾਏ ਜਾਂਦੇ ਸੀ, ਉਹ ਆਉਣ ਵਾਲੀ ਜਨਰੇਸ਼ਨ ਉਸ ਨੂੰ ਛੱਡ ਰਹੀ ਹੈ। ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਨਵੀਂ ਜਨਰੇਸ਼ਨ ਨੂੰ ਇਹ ਗੱਲ ਦੱਸਾਂਗਾ ਕਿ 2 ਘਟਨਾਵਾਂ ਦੁਨੀਆ ਤੇ ਹੋਈਆਂ ਨੇ, ਇੱਕ ਫਰਾਂਸ ਦੀ ਕ੍ਰਾਂਤੀ ਤੇ ਇੱਕ ਅਮਰੀਕਾ ਦੀ ਕ੍ਰਾਂਤੀ। ਉਹਨਾਂ ਨੂੰ ਗੌਰ ਨਾਲ ਸਟੱਡੀ ਕਰੋ। ਉਹ ਕ੍ਰਾਂਤੀਆਂ ਸਾਨੂੰ ਮੁਕਤੀ ਦਾ ਰਾਹ ਦਿਖਾਉਣਗੀਆਂ। ਫਰਾਂਸ ਦੀ ਕ੍ਰਾਂਤੀ ਨੇ ਸਾਨੂੰ ਸਿਖਾਇਆ ਸੀ ਇਕੁਐਲਿਟੀ, ਫਰੈਟਰਨਿਟੀ ਐਂਡ ਲਿਬਰਟੀ। ਉਹ ਬਹੁਤ ਜ਼ਰੂਰੀ ਹੈ। ਇਕੁਐਲਿਟੀ, ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਨੇ। ਗੁਰੂ ਬਾਬੇ ਨਾਨਕ ਨੇ ਵੀ ਇਹੋ ਕਿਹਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ। ਜਦੋਂ ਸਾਰੇ ਇੱਕ ਨੇ ਤੇ ਫਿਰ ਇੱਕ ਬੰਦਾ ਸਾਰੀ ਦੁਨੀਆ ਦੀ ਦੌਲਤ ਦਾ ਮਾਲਕ ਕਿਵੇਂ ਬਣ ਜਾਂਦਾ? ਇੱਕ ਬੰਦਾ 27 ਮੰਜ਼ਲਾ ਮਕਾਨ 'ਚ ਕਿਵੇਂ ਰਹਿੰਦਾ? ਮੈਂ ਅਮਰੀਕਾ 'ਚ ਘੁੰਮ ਰਿਹਾ ਸੀ, ਮੈਡੀਸਨ ਸਿਟੀ ਦੇ ਵਿੱਚ। ਉੱਥੇ ਇੱਕ ਕੈਬ ਡਰਾਈਵਰ ਨੇ ਮੈਨੂੰ ਕਿਹਾ, ਕਹਿੰਦਾ ਜਦੋਂ ਉਹ 27ਵੀਂ ਮੰਜ਼ਿਲ ਤੇ ਬੰਦਾ ਖੜਾ ਹੋ ਕੇ ਦੇਖਦਾ ਹੋਏਗਾ, ਸਾਹਮਣੇ ਸਭ ਤੋਂ ਵੱਡੀ ਚਾਲ ਹੈ, ਯਾਨੀ ਕਿ ਬਸਤੀ ਹੈ, ਝੋਪੜ ਬਸ ਪੱਟੀ ਆ, ਧਾਰਾਵੀ, ਕਹਿੰਦਾ ਉਹਨੂੰ ਸ਼ਰਮ ਨਹੀਂ ਆਉਂਦੀ ਹੋਏਗੀ ਕਿ ਇਹਨਾਂ ਲੋਕਾਂ ਨੂੰ ਲੁੱਟ ਕੇ ਹੀ ਮੈਂ ਅਮੀਰ ਬਣਿਆ। ਮੈਂ ਦੇਖਿਆ ਕਿ ਇੱਕ ਟੈਕਸੀ ਡਰਾਈਵਰ ਮੈਨੂੰ ਇਹ ਗੱਲ ਕਹਿ ਰਿਹਾ ਅਮਰੀਕਾ ਦੇ ਵਿੱਚ। ਤੇ ਉਹ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਗੱਲਾਂ ਗਲਤ ਨੇ। ਦੁਨੀਆ ਦੀ ਦੌਲਤ ਚੰਦ ਲੋਕਾਂ ਨੇ ਆਪਣੇ ਕੋਲ ਕਾਬੂ ਕਰ ਲਈ ਆ। ਸਾਨੂੰ ਬਰਾਬਰੀ ਚਾਹੀਦੀ ਆ, ਸਾਨੂੰ ਲਿਬਰਟੀ ਚਾਹੀਦੀ ਆ, ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੋਣਾ ਚਾਹੀਦਾ। ਫਰੈਟਰਨਿਟੀ ਮਤਲਬ ਅਸੀਂ ਸਾਰੇ ਸਾਂਝੀਵਾਲ ਹਾਂ, ਸਾਰੇ ਧਰਮਾਂ ਦੇ ਲੋਕ, ਹਰ ਤਰ੍ਹਾਂ ਦੇ ਲੋਕ ਅਸੀਂ ਆਪੋ 'ਚ ਭਾਈ ਬੰਧੂ ਆ, ਉਹ ਫਰੈਟਰਨਿਟੀ ਹੁੰਦੀ ਆ। ਔਰ ਅਮਰੀਕਾ ਦੇ ਇਨਕਲਾਬ ਨੇ ਸਾਨੂੰ ਇੱਕ ਨਾਅਰਾ ਦਿੱਤਾ ਸੀ, ਰਿਪਰਜੈਂਟੇਸ਼ਨ, ਨੋ ਰਿਪਰਜੈਂਟੇਸ਼ਨ ਨੋ ਟੈਕਸ। ਯਾਨੀ ਕਿ ਜਿਹੜੇ ਅੱਜ ਦੇ ਹੁਕਮਰਾਨ ਨੇ, ਤੁਸੀਂ ਦੇਖਦੇ ਹੋ ਸਾਡੇ ਹੁਕਮਰਾਨ ਜਿਹੜੇ ਨੇ, ਕੀ ਉਹ ਸਾਡੇ ਵਰਗੇ ਨੇ? ਸਾਡੇ ਵਰਗੇ ਤਾਂ ਹੈ ਹੀ ਨਹੀਂ। ਉਹ ਤਾਂ ਕਰੋੜਾਂ ਅਰਬਾਂਪਤੀ ਲੋਕ ਨੇ। ਉਹ ਤੇ ਇਲੈਕਸ਼ਨ ਦੇ ਉੱਤੇ ਕਰੋੜਾਂ ਅਰਬਾਂ ਰੁਪਏ ਖਰਚ ਕਰ ਦਿੰਦੇ ਨੇ। ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜ ਸਕਦੇ। ਜਦੋਂ ਉਹ ਲੋਕ ਸਾਡੇ ਵਰਗੇ ਹੈ ਹੀ ਨਹੀਂ, ਸਾਨੂੰ ਰਿਪਰਜੈਂਟ ਨਹੀਂ ਕਰਦੇ, ਤੇ ਉਹ ਸਾਡੇ MLA ਕਿਵੇਂ ਨੇ? ਉਹ ਸਾਡੇ MP ਕਿਵੇਂ ਨੇ? ਇਹ ਗੱਲਾਂ ਸੋਚਣ ਵਾਲੀਆਂ ਨੇ। ਇਹ ਸਾਰੇ ਸਿਸਟਮ ਸੁਧਾਰਨ ਦੀ ਲੋੜ ਹੈ। ਪਰ ਜਦੋਂ ਲੋਕਾਂ ਦੇ ਵਿੱਚ ਜਾਗਰਤੀ ਆਉਂਦੀ ਆ, ਉਦੋਂ ਲੋਕਾਂ ਨੂੰ ਧਰਮਾਂ ਦੇ ਨਾਂ 'ਤੇ ਵੰਡ ਦਿੱਤਾ ਜਾਂਦਾ। ਇੰਟਰਨੈਸ਼ਨਲ ਏਜੰਸੀਆਂ ਨੇ, ਪੈਂਟਾਗਨ ਵਰਗੀਆਂ ਆਰਗੇਨਾਈਜੇਸ਼ਨਾਂ ਨੇ, ਉਹ ਸਾਰੀ ਦੁਨੀਆ 'ਤੇ ਨਜ਼ਰ ਰੱਖਦੀਆਂ ਨੇ ਔਰ ਲੋਕਾਂ ਨੂੰ ਲੜਾਉਂਦੀਆਂ ਨੇ। ਸਾਨੂੰ ਲੱਗਦਾ ਕਿ ਨਰਿੰਦਰ ਮੋਦੀ ਸਾਡਾ ਦੁਸ਼ਮਣ ਹੈ, ਸਾਨੂੰ ਲੱਗਦਾ ਕਿ ਭਗਵੰਤ ਮਾਨ ਸਾਡਾ ਦੁਸ਼ਮਣ ਹੈ। ਇਹਨਾਂ ਦੇ ਵੀ ਬਾਪ ਬੈਠੇ ਨੇ ਇੰਟਰਨੈਸ਼ਨਲ, ਜਿਹੜੇ ਇਹਨਾਂ ਨੂੰ ਚਲਾਉਂਦੇ ਨੇ, ਸਿਸਟਮਾਂ ਨੂੰ ਚਲਾਉਂਦੇ ਨੇ। ਕਿਹੜੇ ਮੁਲਕ ਵਿੱਚ ਕਿਹੜੀ ਪਾਰਟੀ ਨੂੰ ਅੱਗੇ ਕਰਨਾ, ਉਹ ਤੈਅ ਬਾਹਰੋਂ ਹੋ ਜਾਂਦਾ। ਉਹ ਕਹਿਣ ਦਾ ਮਤਲਬ ਕਿ ਇਹ ਚੀਜ਼ਾਂ ਦੇ ਹੀ ਇਸ ਸਮਾਜ ਦੇ ਵਿੱਚ ਰਹਿ ਰਹੇ ਹਾਂ। ਔਰ ਇਹ ਲੜਾਈਆਂ ਤੁਹਾਨੂੰ ਲੱਗਦਾ ਧਰਮਾਂ ਦੀਆਂ ਲੜਾਈਆਂ ਦੇਖੋ, ਖੋਮੇਨੀ ਕਿੱਥੇ ਪਲਿਆ? ਯੂਰਪ ਦੇ ਵਿੱਚ। ਲੜਿਆ ਕਿਹਦੇ ਨਾਲ? ਅਮਰੀਕਾ ਨਾਲ। ਔਰ ਮੁੜ ਕੇ ਦੂਜੇ ਪਾਸੇ ਜਿਹਨੂੰ ਪ੍ਰਮੋਟ ਅਮਰੀਕਾ ਕਰ ਰਿਹਾ, ਮੁੜ ਕੇ ਉਹਦੇ ਨਾਲ ਲੜ ਰਿਹਾ। ਉਸਾਮਾ ਬਿਨ ਲਾਦਨ ਕਿਹਨੇ ਪੈਦਾ ਕੀਤਾ ਸੀ? ਅਮਰੀਕਾ ਨੇ। ਮੁੜ ਕੇ ਉਹਦੇ ਨਾਲ ਲੜਿਆ ਕੌਣ? ਅਮਰੀਕਾ। ਦੁਨੀਆ 'ਤੇ ਉਹ ਸਿਆਸਤ ਚੱਲ ਰਹੀ ਹੈ ਜਿਹੜੀ ਸਮਝ ਤੋਂ ਬਾਹਰ ਹੈ। ਔਰ ਸਾਰੀ ਦੁਨੀਆ ਨੂੰ ਹਥਿਆਰ ਕੌਣ ਦਿੰਦੇ ਨੇ? ਇਹੋ ਹੀ ਤਾਕਤਾਂ ਦਿੰਦੀਆਂ ਨੇ। ਸਾਰੀ ਦੁਨੀਆ ਵਿੱਚ ਅੱਤਵਾਦ ਕੌਣ ਫੈਲਾਉਂਦੇ ਨੇ? ਇਹੋ ਹੀ ਤਾਕਤਾਂ। ਸਾਰੀ ਦੁਨੀਆ 'ਚ ਨਫ਼ਰਤ ਕਿਵੇਂ ਕੌਣ ਫੈਲਾਉਂਦੀਆਂ ਨੇ? ਇਹੋ ਹੀ ਤਾਕਤਾਂ। ਫਿਰ ਲੜਦੀਆਂ ਕੌਣ ਨੇ ਉਹਨਾਂ ਦੇ ਨਾਲ? ਇਹੋ ਹੀ ਤਾਕਤਾਂ। ਇਹਦਾ ਮਤਲਬ ਚਲਾਕ ਬੰਦਾ ਤਾਂ ਕਿਤੇ ਹੋਰ ਬੈਠਾ ਹੈ। ਅਸੀਂ ਆਪੋ 'ਚ ਲੜੀ ਜਾਂਦੇ ਹਾਂ। ਅਸੀਂ ਕਦੀ ਰਾਮ ਮੰਦਿਰ ਦੇ ਮੁੱਦੇ 'ਤੇ ਲੜੀ ਜਾਂਦੇ ਹਾਂ, ਕਦੀ ਅਸੀਂ ਮਸਜਿਦਾਂ ਦੇ ਵਿੱਚੋਂ ਸਿਵਲਿੰਗ ਕੱਢੀ ਜਾਂਦੇ ਹਾਂ, ਕਦੀ ਬਾਬੇ ਬਲੇਸ਼ਵਰ ਵਰਗੇ ਆ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪਤਾ ਨਹੀਂ ਹਜ਼ਾਰਾਂ ਸਾਲ ਪਿੱਛੇ ਲਈ ਜਾਂਦੇ ਨੇ। ਉਹ ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਧਰਮਾਂ ਨੂੰ ਆਪੋ 'ਚ ਸੰਵਾਦ ਕਰਨਾ ਪਏਗਾ, ਲੋਕਾਂ ਨੂੰ ਰਲ ਮਿਲ ਕੇ ਰਹਿਣਾ ਪਏਗਾ। ਔਰ ਚੰਗੀ ਗੱਲ ਹੈ, ਲੋਕ ਰਲ ਮਿਲ ਕੇ ਹੀ ਰਹਿ ਰਹੇ ਨੇ। ਇਹ ਲੋਕ ਫੁੱਟੀਆਂ ਪਾਉਂਦੇ ਨੇ, ਇਹ ਲੋਕ ਵੰਡੀਆਂ ਪਾਉਂਦੇ ਨੇ। ਔਰ ਇਹ ਲੋਕ ਇੰਨੇ ਗਿਰੇ ਹੋਏ ਨੇ ਕਿ ਇਹ ਤਾਂ ਰਾਸ਼ਟਰਵਾਦ ਵਰਗੀ ਵਿਚਾਰਧਾਰਾ ਸਾਹਮਣੇ ਲਿਆ ਕੇ ਲੋਕਾਂ ਦੇ ਜੰਗਾਂ ਛੇੜਨ ਤੱਕ ਵੀ ਜਾਂਦੇ ਨੇ। ਰਾਸ਼ਟਰਵਾਦ ਦੁਨੀਆ ਦੀ ਸਭ ਤੋਂ ਘਟੀਆ ਔਰ ਬਦਨਾਮ ਵਿਚਾਰਧਾਰਾ ਹੈ। ਜਿਹੜੇ ਮੁਲਕ 'ਚ ਵੜ ਜਾਂਦੀ ਆ, ਉਹ ਕਹਿੰਦੇ ਨੇ ਕਿ ਅਵਾਰਾ ਸਾਂਢ ਅਗਰ ਕਿਸੇ ਖੇਤ ਵਿੱਚ ਵੜ ਜਾਏ ਤੇ ਉਹ ਖੇਤ ਦਾ ਕੁਛ ਨਹੀਂ ਬਚਦਾ। ਰਾਸ਼ਟਰਵਾਦ ਜਿਹੜੇ ਦੇਸ਼ ਵਿੱਚ ਵੜ ਜਾਏ, ਉਹ ਦੇਸ਼ ਦਾ ਕੁਛ ਨਹੀਂ ਬਚਦਾ। ਜਰਮਨੀ 'ਚ ਵੜਿਆ ਸੀ, ਜਰਮਨੀ ਤਬਾਹ ਹੋ ਗਿਆ। ਬੈਲਜੀਅਮ 'ਚ ਵੜਿਆ ਸੀ, ਬੈਲਜੀਅਮ ਤਬਾਹ ਹੋ ਗਿਆ। ਇਟਲੀ 'ਚ ਵੜਿਆ ਸੀ, ਇਟਲੀ ਤਬਾਹ ਹੋ ਗਿਆ। ਜਾਪਾਨ 'ਚ ਵੜਿਆ ਸੀ, ਜਾਪਾਨ ਤਬਾਹ ਹੋ ਗਿਆ। ਹੁਣ ਥੋੜ੍ਹੇ ਸਾਲ ਪਹਿਲਾਂ ਇਹ ਯੂਕਰੇਨ 'ਚ ਵੜਿਆ ਸੀ, ਯੂਕਰੇਨ ਤਬਾਹ ਹੋ ਗਿਆ। ਇਸ ਕਰਕੇ ਇੱਥੇ ਬਾਬਾ ਬਲੇਸ਼ਵਰ ਸਾਨੂੰ ਰਾਸ਼ਟਰਵਾਦੀ ਵਿਚਾਰਧਾਰਾ ਸਿਖਾ ਰਿਹਾ। ਹੁਣ ਇਹ ਲੋਕ ਸਿਖਾਉਣਗੇ ਸਾਨੂੰ। ਇਸ ਕਰਕੇ ਇਹ ਗੱਲਾਂ 'ਚੋਂ ਬਾਹਰ ਆਉਣ ਦੀ ਲੋੜ ਹੈ। ਲੋਕਾਂ ਨੂੰ ਇਹਨਾਂ ਚੀਜ਼ਾਂ ਨੂੰ ਪਛਾਣਨ ਦੀ ਲੋੜ ਹੈ। ਸਾਨੂੰ ਬਰਾਬਰੀ ਚਾਹੀਦੀ ਹੈ, ਜੋ ਧਰਮਾਂ 'ਚ ਕਹੀ ਗਈ। ਇਸਲਾਮ 'ਚ ਸਾਨੂੰ ਬਰਾਬਰੀ ਸਿਖਾਈ ਗਈ, ਕ੍ਰਿਸਚੈਨਿਟੀ 'ਚ ਸਾਨੂੰ ਬਰਾਬਰੀ ਸਿਖਾਈ ਗਈ, ਸਿੱਖ ਧਰਮ 'ਚ ਸਾਨੂੰ ਬਰਾਬਰੀ ਸਿਖਾਈ ਗਈ, ਸਾਰੇ ਧਰਮਾਂ 'ਚ ਸਾਨੂੰ ਬਰਾਬਰੀ ਸਿਖਾਈ ਗਈ। ਉਹ ਬਰਾਬਰੀ ਆਉਂਦੀ ਕਿਉਂ ਨਹੀਂ? ਕਿਉਂਕਿ ਇਹ ਪੂੰਜੀਵਾਦੀ ਸਿਸਟਮ ਆਉਣ ਨਹੀਂ ਦਿੰਦਾ। ਸਾਨੂੰ ਇਹ ਸਿਸਟਮ ਨੂੰ ਤੋੜਨਾ ਪਏਗਾ। ਮੈਂ ਕੋਈ ਕਾਮਰੇਡ ਨਹੀਂ ਹੈਗਾ, ਮੈਂ ਕੋਈ ਮਾਰਕਸਵਾਦੀ ਨਹੀਂ ਹੈਗਾ, ਮੈਂ ਕੋਈ ਕਮਿਊਨਿਸਟ ਨਹੀਂ ਹੈਗਾ। ਮੈਂ ਉਹਨਾਂ ਦਾ ਵਿਰੋਧੀ ਹਾਂ, ਕਿਉਂਕਿ ਉਹਨਾਂ ਨੇ ਵੀ ਬੜਾ ਗੰਦ ਪਾਇਆ। ਪਰ ਸਾਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਲਿਆਉਣਾ ਪਏਗਾ, ਸੁਭਾਸ਼ ਚੰਦਰ ਬੋਸ ਦੇ ਸੁਪਨਿਆਂ ਦਾ ਸਮਾਜ ਲਿਆਉਣਾ ਪਏਗਾ, ਭੀਮ ਸਾਹਿਬ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਦਾ ਸਮਾਜ ਲਿਆਉਣਾ ਪਏਗਾ। ਅਸੀਂ ਰਲ ਕੇ ਲੜੀਏ। ਜੋ ਸਾਨੂੰ ਰੂਸੋ ਨੇ ਦੱਸਿਆ, ਮਾਂਟੈਸਕਿਊ ਨੇ ਦੱਸਿਆ, ਵਾਲਟੇਰ ਨੇ ਦੱਸਿਆ, ਦੁਨੀਆ ਦੇ ਮਹਾਨ ਵਿਦਵਾਨਾਂ ਨੇ ਦੱਸਿਆ, ਉਹ ਵਿਵਸਥਾ ਲਿਆਉਣੀ ਪਏਗੀ। ਉਹਨਾਂ ਦੀਆਂ ਕਿਤਾਬਾਂ ਪੜ੍ਹੋ, ਉਹਨਾਂ 'ਤੇ ਸਾਰਾ ਕੁਝ ਲਿਖਿਆ ਹੋਇਆ। ਮੈਂ ਵੀ ਤਾਂ ਗਿਆਨ ਉੱਥੋਂ ਹੀ ਲੈ ਕੇ ਆਇਆ। ਸਾਨੂੰ ਡੈਮੋਕ੍ਰੇਸੀ ਦਾ ਆਹ ਰੂਪ ਨਹੀਂ ਚਾਹੀਦਾ
ਜਿਹੜਾ ਸਾਡੇ ਮੁਲਕ 'ਚ ਲਾਗੂ ਆ, ਜਿਹਦੇ ਵਿੱਚ 40-40 50-50 ਕਰੋੜ ਰੁਪਈਆ ਲੱਗ ਕੇ ਇੱਕ MLA ਦਾ ਇਲੈਕਸ਼ਨ ਲੜਦਾ ਬੰਦਾ। ਇਹ ਨਹੀਂ ਚਾਹੀਦਾ ਸਾਨੂੰ। ਉਹ ਕਾਨੂੰਨ ਚਾਹੀਦਾ, ਗ੍ਰਾਸ ਰੂਟ ਡੈਮੋਕ੍ਰੇਸੀ ਚਾਹੀਦੀ ਆ, ਜਿਹਦੇ ਵਿੱਚ ਇੱਕ ਪੈਸਾ ਖਰਚ ਨਾ ਹੋਏ ਔਰ ਲੋਕ ਥੱਲਿਓਂ ਚੁਣ ਕੇ ਆਉਣਗੇ ਔਰ ਲੋਕ ਬਦਲੇ ਜਾਣਗੇ, ਗਲਤ ਬੰਦੇ ਬਦਲੇ ਵੀ ਜਾਣਗੇ। ਜਦੋਂ ਵੀ ਸਾਨੂੰ ਪਤਾ ਚੱਲੇ ਕਿ ਹੁਕਮਰਾਨ ਅਸੀਂ ਗਲਤ ਚੁਣ ਲਏ ਨੇ, ਉਹਨਾਂ ਨੂੰ ਬਦਲਣ ਦਾ ਸਾਨੂੰ ਹੱਕ ਹੋਣਾ ਚਾਹੀਦਾ, ਸਿੰਪਲ ਵਿਵਸਥਾ ਹੋਣੀ ਚਾਹੀਦੀ ਆ ਔਰ ਉਹ ਬਦਲੇ ਜਾਣੇ ਚਾਹੀਦੇ ਨੇ, ਤਾਂ ਕਿ ਕਿਸੇ ਨੂੰ ਹੜਤਾਲਾਂ ਨਾ ਕਰਨੀਆਂ ਪੈਣ, ਕਿਸੇ ਨੂੰ ਮੋਰਚੇ ਨਾ ਲਾਉਣੇ ਪੈਣ, ਕੋਈ ਮਹਿੰਗਾਈ ਤੋਂ ਤਰਸਣਾ ਹੋਏਗੀ। ਜਦੋਂ ਹੁਕਮਰਾਨ ਸਾਡੀ ਗੱਲ ਸੁਣਨਗੇ, ਅਸੀਂ ਉਹਨਾਂ ਨੂੰ ਬਦਲ ਸਕਾਂਗੇ, ਸਾਡੇ ਸਾਰਿਆਂ ਦੇ ਕੰਮ ਕਰਨਗੇ। ਤੁਸੀਂ ਦੱਸੋ, ਮਹਿੰਗਾਈ ਵੀ ਗਾਇਬ ਹੋ ਜਾਏਗੀ, ਬੇਰੁਜ਼ਗਾਰੀ ਵੀ ਗਾਇਬ ਹੋ ਜਾਏਗੀ, ਕਿਸਾਨਾਂ ਨੂੰ ਵੀ ਕੋਈ ਸਮੱਸਿਆ ਨਹੀਂ ਹੋਏਗੀ ਔਰ ਸਾਰੇ ਲੋਕ ਰਹਿਣਗੇ, ਮਿਲ ਜੁਲ ਕੇ ਰਹਿਣਗੇ। ਸਾਡਾ ਮਹਾਨ ਮੁਲਕ ਹੈ, 30 ਕਰੋੜ ਟਨ ਅਨਾਜ ਹੁੰਦਾ ਸਾਲ ਦਾ ਇੱਥੇ, ਔਰ ਜੇ 140 ਕਰੋੜ ਦੀ ਆਬਾਦੀ ਆ, 472 ਗ੍ਰਾਮ ਚਾਹੀਦਾ ਹੁੰਦਾ ਬੰਦੇ ਨੂੰ ਰੋਜ਼ ਦਾ, ਉਹਦੇ ਹਿਸਾਬ ਨਾਲ 18-19 ਕਰੋੜ ਟਨ ਅਨਾਜ ਲੱਗਦਾ। 10-11 ਟਨ ਅਨਾਜ, 10-11 ਕਰੋੜ ਟਨ ਅਨਾਜ ਫਾਲਤੂ ਆ ਸਾਡੇ ਮੁਲਕ 'ਚ, ਫਿਰ ਵੀ ਲੋਕ ਭੁੱਖੇ ਮਰਦੇ ਨੇ। ਯਾਰ ਲਾਨਤ ਇਹੋ ਜਿਹੀ ਵਿਵਸਥਾ ਦੇ ਉੱਤੇ। ਔਰ ਦੇਖੋ ਸਾਡੇ ਮੁਲਕ 'ਚ ਕਿਸ ਚੀਜ਼ ਦੀ ਕਮੀ ਹੈ? ਨਾ ਇੱਥੇ ਪੱਥਰਾਂ ਦੀ ਕਮੀ ਹੈ ਕਿ ਉਹਨਾਂ ਤੋਂ ਸੀਮਿੰਟ ਬਣਾਇਆ ਜਾਏ, ਨਾ ਇੱਥੋਂ ਲੋਹੇ ਦੀ ਕਮੀ ਨੇ ਕਿ ਉਹ ਮਤਲਬ ਅਸੀਂ ਲੋਕਾਂ ਨੂੰ ਮਕਾਨ ਬਣਾ ਕੇ ਦਈਏ, ਸਰੀਆ ਬਣਾ ਕੇ, ਨਾ ਟਾਟਾ ਸਟੀਲ ਵਰਗੀਆਂ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਨੇ। ਸਾਡੇ ਕੋਲ ਸਾਰਾ ਕੁਝ ਹੈਗਾ, ਲੋਕਾਂ ਨੂੰ ਮਕਾਨ ਦਿੱਤੇ ਜਾ ਸਕਦੇ ਆ ਵਧੀਆ, ਲੋਕਾਂ ਨੂੰ ਕੱਪੜੇ ਦਿੱਤੇ ਜਾ ਸਕਦੇ ਆ, ਲੋਕਾਂ ਨੂੰ ਮੈਡੀਕਲ ਦਿੱਤਾ ਜਾ ਸਕਦਾ। ਅੱਜ ਜਿਹੜੀਆਂ ਦਵਾਈਆਂ ਨੇ ਇੰਨੀਆਂ ਮਹਿੰਗੀਆਂ ਕਰ ਦਿੱਤੀਆਂ ਗਈਆਂ, ਦਵਾਈਆਂ ਇੰਨੀਆਂ ਸਸਤੀਆਂ ਨੇ, ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੀ ਗੋਲੀ 1000 ਰੁਪਏ ਦੀ ਹੁੰਦੀ ਹੈ ਨਾ, 1000 ਰੁਪਏ ਦੀ, ਉਹ ਗੋਲੀ ਦੀ ਕੀਮਤ 1 ਰੁਪਇਆ ਹੁੰਦੀ ਹੈ ਅਸਲ 'ਚ। ਅਸੀਂ ਲੋਕਾਂ ਨੂੰ ਸਸਤੀਆਂ ਦਵਾਈਆਂ ਦੇ ਸਕਦੇ ਹਾਂ। ਅਸਾਂ ਕਾਟਲ ਪਾਲ ਲਏ, ਕਰੋਨਾ ਦੇ ਨਾਂ 'ਤੇ ਅਸੀਂ ਕਤਲੇਆਮ ਕੀਤਾ। ਕਿਉਂ? ਕਾਰਪੋਰੇਟ ਘਰਾਣੇ ਦੀਆਂ ਵੈਕਸੀਨਾਂ ਵੇਚਣੀਆਂ ਔਰ ਉਹ ਦੇਖੋ ਉਹਨਾਂ ਦਾ ਪਾਣੀ ਵਿਕਿਆ, ਕਾਰਪੋਰੇਟ ਘਰਾਣਿਆਂ ਦਾ ਪਾਣੀ ਵਿਕਿਆ, ਉਹਨਾਂ ਦੀਆਂ ਤਿਜੋਰੀਆਂ ਭਰ ਗਈਆਂ, ਬੰਦੇ ਮਰੇ, ਕਿੰਨੇ ਬੰਦੇ ਮਰੇ, ਫਿਰ ਲੰਪੀ ਦੇ ਵਿੱਚ ਗਊਆਂ ਮਰੀਆਂ, ਕਿਉਂਕਿ ਫਿਰ ਕਾਰਪੋਰੇਟ ਘਰਾਣਿਆਂ ਦੀਆਂ ਵੈਕਸੀਨਾਂ ਵੇਚਣੀਆਂ। ਇਹ ਸਿਸਟਮ ਕਾਰਪੋਰੇਟ ਘਰਾਣਿਆਂ ਨੂੰ ਪਾਲਣ ਵਾਲਾ ਸਾਨੂੰ ਨਹੀਂ ਚਾਹੀਦਾ, ਬਹੁਤ ਹੋ ਗਈ। ਔਰ ਜਿਹੜਾ ਅੱਜ ਇੱਕ ਲੋਕੀ ਕਾਰਪੋਰੇਟ ਘਰਾਣਿਆਂ ਨੂੰ ਲੋਕੀ ਹੁਣ ਨਫ਼ਰਤ ਕਰਨ ਲੱਗੇ ਨੇ, ਕਿਸਾਨ ਅੰਦੋਲਨ ਨੇ ਸਾਨੂੰ ਇਹ ਤੋਹਫਾ ਦਿੱਤਾ, ਉਹਨਾਂ ਦਾ ਸੰਘਰਸ਼ ਹੈ, ਸਾਨੂੰ ਅੱਗੇ ਲੈ ਕੇ ਜਾਣਾ। ਔਰ ਨੌਜਵਾਨ ਪੀੜ੍ਹੀ ਜਿਹੜੀ ਆ ਬੜੀ ਜਾਗਰੂਕ ਹੈ, ਸਾਨੂੰ ਉਹਨਾਂ 'ਤੇ ਬੜਾ ਮਾਣ ਹੈ ਔਰ ਲੱਗਦਾ ਕਿ ਸਮਾਜ ਸਹੀ ਦਿਸ਼ਾ ਵੱਲ ਅੱਗੇ ਵਧੇਗਾ। ਸਮਾਂ ਦੇਣ ਲਈ ਸ਼ੁਕਰੀਆ। ਸੋ ਇਸ ਸਾਡੇ ਨਾਲ BS ਔਲਖ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਜੋ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ ਕੁਰੀਤੀਆਂ ਨੇ ਉਹਨਾਂ ਉੱਪਰ, ਔਰ ਇਹ ਵੀ ਦੱਸਿਆ ਕਿ ਜਿਹੜੀ ਯੂਥ ਜਨਰੇਸ਼ਨ ਹੈ ਜਿੱਥੇ ਬਹੁਤ ਸਿਆਣੀ ਸੁਹਿਰਦ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਬਿਹਤਰ ਉਹਨਾਂ ਦਾ ਭਵਿੱਖ ਚਾਹੁੰਦੇ ਹਾਂ ਤਾਂ ਸਿਸਟਮ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਮਨ ਸਿੰਘ, ਲੁਧਿਆਣਾ ਟਾਈਮਜ਼।